ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੇ ਆਪਦੀ ਮਜ਼ਬੂਤੀ ਸਥਾਪਿਤ ਕਰਨੀ ਹੈ ਤਾਂ ਕਿਸਾਨਾਂ ਨੂੰ ਨਾਲ ਲੈਣਾ ਬੇहद ਜ਼ਰੂਰੀ ਹੈ। ਤਾਂ ਕਿਸਾਨ ਜਿਹੜਾ ਲਗਾਤਾਰ ਬੰਦਹਾਲੀ ਦੇ ਦੌਰ ਚੋਂ ਲੰਘ ਰਿਹਾ, ਅਨੇਕਾਂ ਮੁਸ਼ਕਲਾਂ ਅਨੇਕਾਂ ਸਮੱਸਿਆਵਾਂ ਦੇ ਵਿੱਚ ਕਿਸਾਨ ਨੂੰ ਇੱਕ ਰਾਹਤ ਦੇਣ ਦਾ ਦਾਅਵਾ ਕਰ ਰਹੀ ਹੈ ਕੇਂਦਰ ਸਰਕਾਰ। ਕੇਂਦਰ ਇੱਕ ਨਵੇਂ ਕੇਂਦਰ ਖੋਲ੍ਹਣ ਜਾ ਰਹੀ ਹੈ, ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਕੇਂਦਰ, ਤੇ ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਰਾਜਸਥਾਨ ਤੋਂ ਕਰਨਗੇ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਰਹੇਗਾ, ਕਿਸ ਤਰ੍ਹਾਂ ਦੀ ਭੂਮਿਕਾ ਰਹੇਗੀ, ਸਾਡੇ ਨਾਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹੋਣੀ ਮੌਜੂਦ ਨੇ। ਜਾਖੜ ਸਾਹਿਬ, ਸਿੱਧ ਤੌਰ ਤੇ ਕਿਉਂਕਿ ਪੰਜਾਬ ਦੀ ਰਾਜਨੀਤੀ ਮੈਨੂੰ ਲੱਗਦਾ ਕਿ ਜੇ ਬੇਸ਼ੱਕ ਸਾਰਾ ਦੇਸ਼ ਹੀ ਹੋਵੇ ਪਰ ਇਹ ਸਕੀਮ ਹੈ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾ ਹਿੱਟ ਕਰੇਗੀ, ਕੀ ਸਕੀਮ ਹੈ? ਔਰ ਸ਼ੁਰੂਆਤ ਵੀ ਰਾਜਸਥਾਨ ਦੇ ਸੀਕਰ ਤੋਂ ਹੋਣ ਜਾ ਰਹੀ ਹੈ। ਤੁਹਾਡਾ ਤਾਂ ਬੜਾ ਗੂੜਾ ਸੰਬੰਧ ਹੈ ਸੀਕਰ ਨਾਲ। ਪੰਜਾਬ ਦਾ ਨਾਮ ਜਿੱਥੇ ਕਿਸਾਨ ਦੇ ਨਾਲ ਜੁੜਦਾ ਹੈ, ਕਿਸਾਨੀ ਹੀ ਮੇਨ ਸਾਡਾ ਮੈਂ ਸਮਝਦਾ ਹਾਂ ਜਿਹਦੇ ਕਰਕੇ ਸਾਡੀ ਪਛਾਣ ਹੈ, ਪਰ ਉਹਦੇ ਨਾਲ ਨਾਲ ਪੰਜਾਬ ਦੀ ਪਛਾਣ ਬਹਾਦਰੀ ਕਰਕੇ ਵੀ ਹੈ। ਤੇ ਅੱਜ ਇਸ ਦਿਹਾੜੇ ਤੇ ਜਦੋਂ ਆਪਾਂ ਮਿਲ ਰਹੇ ਹਾਂ ਨਰਿੰਦਰ ਜੀ, ਅੱਜ ਬਲੀਦਾਨ ਸਾਡਾ ਜਿਹੜਾ ਵਿਜੇ ਦਿਵਸ ਹੈ, ਕਾਰਗਿਲ ਦਾ ਜਿਹੜੀ ਲੜਾਈ ਦੇ ਵਿੱਚ ਬਹਾਦਰ ਸਾਡੇ ਜਵਾਨਾਂ ਨੇ, ਸਾਰੀ ਫੌਜਾਂ ਨੇ ਮਿਲ ਕੇ ਜਿਹੜਾ ਉੱਥੇ ਵਿਜੇ ਪ੍ਰਾਪਤ ਕੀਤੀ, ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਸੀ। ਸਾਰੇ ਹਿੰਦੁਸਤਾਨ ਦੇ ਸਾਰੀਆਂ ਫੌਜਾਂ ਨੇ ਮਿਲ ਕੇ ਜਿਹੜੇ ਪਾਕਿਸਤਾਨ ਦੇ ਨਾਪਾਕ ਇਰਾਦੇ ਸੀ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਅਸੀਂ ਉਹਨਾਂ ਨੂੰ ਵੀ ਅੱਜ ਸਲੂਟ ਕਰਦੇ ਹਾਂ। ਤੇ ਦੂਜਾ ਜਿਹੜਾ ਖੇਤਰ ਹੈ ਜਿਹਦੇ ਵਿੱਚ ਪੰਜਾਬ ਦੀ ਪਛਾਣ ਹੈ, ਪੰਜਾਬ ਨੂੰ ਫੂਡ ਬਾਉਲ ਆਫ ਇੰਡੀਆ ਜਦੋਂ ਕਹੀ ਜਾਂਦੇ ਵੀ ਪੰਜਾਬ ਦੇਸ਼ ਦਾ ਢਿੱਡ ਭਰਦਾ ਹੈ, ਉਹਦੇ ਵਾਸਤੇ ਕਿਸਾਨਾਂ ਵਾਸਤੇ ਕੱਲ੍ਹ ਪ੍ਰਧਾਨ ਮੰਤਰੀ ਜੀ ਸੀਕਰ ਤੋਂ, ਜਿਸ ਤਰ੍ਹਾਂ ਤੁਸੀਂ ਕਿਹਾ, ਰਾਜਸਥਾਨ ਜਾ ਕੇ, ਕਿਉਂਕਿ ਕਿਸਾਨ ਚਾਹੇ ਰਾਜਸਥਾਨ ਬੈਠਾ ਹੈ, ਚਾਹੇ ਮਹਾਰਾਸ਼ਟਰ ਬੈਠਾ ਹੈ, ਚਾਹੇ ਤਾਮਿਲਨਾਡੂ ਬੈਠਾ ਹੈ, ਚਾਹੇ ਪੰਜਾਬ ਬੈਠਾ ਹੈ, ਕਿਸਾਨ ਦੀਆਂ ਸਮੱਸਿਆਵਾਂ ਕਰੀਬਨ ਇੱਕ ਵਰਗੀਆਂ ਹੀ ਹੈ। ਚਾਹੇ ਕੋਈ ਉੱਥੇ ਕੋਈ ਹੋਰ ਫਸਲ ਬੀਜੀ ਜਾਂਦਾ, ਆਪਾਂ ਕੁਝ ਹੋਰ ਬੀਜੀ ਜਾਂਦੇ, ਪਰ ਪ੍ਰੋਬਲਮ ਸਾਰਿਆਂ ਦੀ ਹੈ। ਉਹਦੇ ਵਾਸਤੇ ਕੱਲ੍ਹ 14ਵੀਂ ਕਿਸ਼ਤ ਜਿਹੜੀ ਹੈ ਕਿਸਾਨ ਸਨਮਾਨ ਨਿਧੀ ਦੀ, ਜਿਹੜੀ ਕਰੀਬਨ 8.5 ਕਰੋੜ ਕਿਸਾਨ ਪਰਿਵਾਰਾਂ ਨੂੰ ਸਿੱਧਾ ਪੈਸਾ ਉਹਨਾਂ ਦੇ ਖਾਤਿਆਂ 'ਚ ਜਿਹੜਾ ਭੇਜ ਰਹੇ ਹੈ ਮੋਦੀ ਸਾਹਿਬ, ਬੀਜੇਪੀ ਗਵਰਨਮੈਂਟ ਜਿਹੜੀ ਭੇਜ ਰਹੀ ਹੈ, ਉਹਦੀ 14ਵੀਂ ਕਿਸ਼ਤ ਜਿਹੜੀ ਹੈ ਉਹ ਵੀ ਕੱਲ੍ਹ ਰਿਲੀਜ਼ ਹੋਊਗੀ। 8.5 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਕੱਲ੍ਹ ਪੈਸੇ ਪੈਣਗੇ। ਹੁਣ ਤਾਈਂ 13 ਕਿਸ਼ਤਾਂ ਦੇ ਅੰਦਰ ਕੁੱਲ ਮਿਲਾ ਕੇ 2,40 ਕਰੋੜ ਰੁਪਈਏ ਅੱਜ ਤਾਈਂ ਕਿਸਾਨਾਂ ਦੇ ਖਾਤਿਆਂ 'ਚ ਜਾ ਚੁੱਕੀ ਹੈ, ਤੇ ਕੱਲ੍ਹ 14ਵੀਂ ਕਿਸ਼ਤ ਉਹਨਾਂ ਦੇ ਖਾਤਿਆਂ 'ਚ ਪੈਣਗੀ। ਨਾਲ ਹੀ ਉਹਦੇ ਜਿੱਥੇ ਕਿਸਾਨ ਸਮਰਿੱਧੀ ਕੇਂਦਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਨਾਲ ਨਾਲ ਕੱਲ੍ਹ ਕਈ ਮਤਲਬ ਕਿਸਾਨਾਂ ਵਾਸਤੇ ਜਿਹੜੇ ਦੂਰਗਾਮੀ, ਜਿਹੜੇ ਕਹਿੰਦੇ ਨੇ ਕਿਸਾਨੀ ਦੇ ਵਿੱਚ ਆਪਾਂ ਖੇਤੀ ਵਿਭਿੰਨਤਾ ਦੀ ਗੱਲ ਕਰੀਏ, ਕਿਸਾਨਾਂ ਨੂੰ ਕਿਸ ਤਰ੍ਹਾਂ ਆਪਣੇ ਪੈਰਾਂ 'ਤੇ ਕਰਾਂਗੇ, ਲਾਹੇਵੰਦ ਖੇਤੀ ਕਿਵੇਂ, ਉਹਦੇ ਵਾਸਤੇ ਹੁਣ ਤਾਂ ਇੱਕ ਤਾਂ ਨੀਮ ਕੋਟਿਡ ਯੂਰੀਆ ਜਿਹੜੀ ਖਾਦ ਜਿਹੜੀ ਚਾਲੂ ਕੀਤੀ ਸੀ, ਵੀ ਇਹਦਾ ਨੀਮ ਕੋਟਿਡ ਦਾ ਮਤਲਬ ਸੀਗਾ ਵੀ ਆ ਜਿਹੜੇ ਇੰਡਸਟਰੀਅਲ ਯੂਜ਼ ਵਾਸਤੇ ਜਿਹੜੀ ਸਬਸਿਡੀ ਉਹ ਨਾ ਖਾ ਜਾਣ, ਕਿਸਾਨਾਂ ਨੂੰ ਮਿਲੇ, ਨੀਮ ਦਾ ਉਹਦੇ 'ਚ ਕਰਕੇ ਪਾਇਆ ਸੀਗਾ। ਦੂਜੀ ਸੀਗੀ ਨੈਨੋ ਯੂਰੀਆ, ਜਿਹੜੀ ਮਤਲਬ ਸੋਲਿਊਬਲ ਸੀਗੀ ਪਾਣੀ ਦੇ ਨਾਲ, ਜਿਹਦੀ ਆਫ ਟੇਕ ਜਿਹੜੀ ਹੈ ਪੌਦਾ ਉਹਦੇ 'ਚ ਯੂਰੀਆ ਲੱਗੇ, ਉਹਦੇ ਵੇਸਟੇਜ ਨਾ ਹੋਵੇ। ਕੱਲ੍ਹ ਇੱਕ ਤੀਜੀ ਯੂਰੀਆ ਦੀ ਕਿਸਮ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਜੀ ਲਾਂਚ ਕਰਨ ਜਾ ਰਹੇ ਹੈ, ਉਹ ਹੈ ਗੋਲਡ ਯੂਰੀਆ। ਉਹ ਸਲਫਰ ਕੋਟਿਡ ਯੂਰੀਆ ਹੈ। ਉਹਦੇ ਨਾਲ ਹੋਊਗਾ ਕਿ ਵੀ ਹੁਣ ਜਦੋਂ ਯੂਰੀਆ ਆਪਾਂ ਪਾਉਂਦੇ ਹਾਂ ਖੇਤਾਂ 'ਚ, ਤੇ ਉਹਦੀ ਬਹੁਤ ਵੱਡਾ ਮਿਕਦਾਰ 50-60% ਉਸ ਤੋਂ ਵੀ ਜ਼ਿਆਦਾ ਜਿਹੜਾ ਹੈ ਉਹ ਜ਼ਮੀਨ 'ਚ ਜਾਂਦਾ ਰਹਿੰਦਾ, ਵੇਸਟ ਜਾਂਦਾ, ਫਸਲ ਨੂੰ ਲੱਗਦਾ ਨਹੀਂ, ਕਿਉਂਕਿ ਉਸੇ ਟਾਈਮ ਰਿਲੀਜ਼ ਹੋ ਜਾਂਦੀ ਹੈ, ਪੌਦਾ ਉਹਨਾਂ ਆਫ ਟੇਕ ਕਰ ਨਹੀਂ ਸਕਦਾ। ਉਹਦੇ ਨਾਲ ਹੌਲੀ ਹੌਲੀ ਰਿਲੀਜ਼ ਹੋਊਗਾ ਤਾਂ ਕਿ ਉਹਨੂੰ ਅਬਜ਼ੌਰਬ ਕਰ ਸਕੇ, ਜਿਹੜਾ ਪੌਦਾ ਹੈ ਉਹਨੂੰ ਆਪਣੇ ਅੰਦਰ ਲੈ ਸਕੇ। ਉਹ ਜਿਹੜੀ ਹੈ ਉਹ ਖਾਦ ਕੱਲ੍ਹ ਲਾਂਚ ਕਰਨ ਜਾ ਰਹੇ ਆ। ਉਹਦੇ ਨਾਲ ਨਾ ਸਿਰਫ ਫਸਲ ਬਿਹਤਰ ਹੋਊਗੀ, ਯੂਰੀਆ ਦੀ ਖਪਤ ਹੋਊਗੀ, ਨਾਲ ਉਹਦੀ ਲੋੜ ਘਟ ਜੂਗੀ, ਕਿਸਾਨ ਦਾ ਜਿਹੜਾ ਖਰਚਾ ਉਹਦੇ ਨਾਲ ਵੀ ਬਚੂਗਾ, ਵੀ ਯੂਰੀਆ ਦੀ ਖਪਤ ਜਦੋਂ ਲੋੜ ਨਹੀਂ, ਜਿੰਨੀ ਪੌਦੇ ਨੂੰ ਚਾਹੀਦੀ ਹੈ ਉਹਨਾਂ ਕੋਲ ਨੂੰ ਮਿਲ ਜੂਗਾ। ਉਹ ਵੀ ਇੱਕ ਲਾਂਚ ਕਰਨ ਜਾ ਰਹੇ ਆ। ਜਿਵੇਂ ਡਾਕਟਰ ਆਪਾਂ ਨੂੰ ਕਹਿ ਦਿੰਦੇ ਵੀ ਭਾਈ ਇੰਨੇ ਕਿ 5 ਬਦਾਮ ਹੀ ਬਹੁਤ ਆ, ਜੇ 20 ਖਾ ਲਓਗੇ ਤਾਂ ਅਸਰ ਬਾਹਲਾ ਨਹੀਂ ਕਰਨਾ। ਐਗਜ਼ੈਕਟਲੀ ਸਾਹਿਬ, ਉਹ ਬਦਾਮਾਂ ਦੀ ਜਾਂ ਖਾਦ ਦੀ ਜਿਹੜੀ ਕੀਮਤ ਹੈ ਉਹ ਘਟੂਗੀ। ਤੀਜਾ ਜਿਹੜਾ ਮੇਨ ਕੱਲ੍ਹ ਜਿਹਦੇ ਵਾਸਤੇ ਉੱਥੇ ਸੀਕਰ 'ਚ ਜਾ ਕੇ ਉਹਨਾਂ ਨੇ ਕਰਨਾ ਹੈ ਪ੍ਰਧਾਨ ਮੰਤਰੀ ਜੀ ਨੇ, ਉਹ ਲਾਂਚ ਕਰਨ ਜਾ ਰਹੇ ਕਿਸਾਨ ਸਮਰਿੱਧੀ ਕੇਂਦਰ। ਹੁਣ ਤਾਂ ਕੀ ਸੀਗਾ, ਕਿਸਾਨ ਜਦੋਂ ਜਾਂਦਾ ਸੀ ਖਾਦ ਲੈਣ ਜਾਂ ਕਿਤੇ ਦੁਕਾਨ 'ਤੇ, ਜਾਂ ਕੋਆਪਰੇਟਿਵ ਸੁਸਾਇਟੀ, ਕਿਸੇ ਕੋਲ ਇਫਕੋ ਦੀ ਹੈ, ਕਿਸੇ ਕੋਲ ਕਿਸੇ ਹੋਰ IPL ਦੀ ਏਜੰਸੀ ਹੈ,
ਉਹ ਫਿਰ ਅੱਗੇ ਜਾਂ ਤਾਂ ਆਪਣੀ ਪਰਚੀ ਕਾ ਕੇ ਜਿੱਥੇ ਕਿਤੇ ਸਾਂਠ ਗੰਢ ਹੋ ਸੀ ਉੱਥੇ ਭੇਜ ਦਿੰਦਾ ਸੀ। ਹੁਣ ਕਿਸਾਨ ਨੂੰ ਥਾਂ ਥਾਂ ਗੇੜੇ ਮਾਰਨ ਦੀ ਲੋੜ ਨਹੀਂ, ਉਸੇ ਇੱਕ ਥਾਂ ਤੇ ਹੀ ਸਾਰਾ ਕੁਝ ਉਹਨੂੰ, ਇਨਫੈਕਟ ਹਰੇਕ ਜਿਹੜਾ ਕਿਸਾਨ ਸਮਰਿੱਧੀ ਕੇਂਦਰ ਹੋਊਗਾ ਆ ਡਾਇਰੈਕਟ ਸੂਬੇ ਦੀ, ਜਿਵੇਂ ਪੰਜਾਬ ਦੇ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਜੁੜਿਆ ਹੋਊਗਾ। ਪੁਰਾਣੇ ਸਮੇਂ 'ਚ ਅੱਜ ਤਾਂ ਸ਼ਾਇਦ ਹੁਣ ਮਹਿਕਮਿਆਂ ਕੋਲ ਇੰਨੇ ਬੰਦੇ ਨਹੀਂ ਰਹੇ, ਪਹਿਲਾਂ ਐਗਰੀਕਲਚਰ ਅਫਸਰ ਹੁੰਦੇ ਸੀਗੇ ਜਿਹੜੇ ਖੇਤ ਨੂੰ ਜਾ ਕੇ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਬੈਠ ਕੇ ਉਹਨਾਂ ਦੀ ਸਮੱਸਿਆ ਸਮਝ ਕੇ ਉਹਦਾ ਹੱਲ ਦੱਸਦੇ ਸੀ ਵੀ ਆਹ ਤੁਸੀਂ ਗਲਤ ਕਰੀ ਜਾਂਦੇ ਹੋ। ਉੱਥੇ ਹੀ ਸੋਇਲ ਟੈਸਟਿੰਗ ਹੋਊਗੀ, ਉੱਥੇ ਹੀ ਲੀਫ ਐਨਾਲਾਈਜ਼ਰ ਜਿਹੜੇ ਆ ਪੱਤੇ ਦਿਖਾ ਕੇ ਜਿਹੜਾ ਉਹਦਾ ਵਿਵਸਥਾ ਹੋਊਗੀ। ਜੇ ਉਹਨਾਂ ਨੇ ਕੋਈ ਸੰਦ ਖਰੀਦਣਾ ਹੈ, ਕੋਈ ਲੀਜ਼ ਤੇ ਲੈਣਾ ਹੈ, ਜਾਂ ਕੋਈ ਰੋਟੋਵੇਟਰ ਲੈਣਾ ਹੈ, ਜਾਂ ਕੋਈ ਹੋਰ ਛੋਟੀ ਉਹਨਾਂ ਨੇ ਕਈ ਲੈਣੀ ਹੈ, ਕੁਝ ਵੀ ਹੈ, ਸਾਰੀ ਚੀਜ਼ਾਂ ਦਾ ਇੱਕ ਥਾਂ ਲਿਜਾ ਕੇ, ਇਨਫੈਕਟ ਈਵਨ ਬੈਂਕਿੰਗ ਵਾਸਤੇ ਵੀ ਜੇ ਕੋਈ ਬੰਦੇ ਨੇ ਫਾਰਮ ਭਰਨ ਦੀ ਕੋਈ ਸਮੱਸਿਆ ਹੈ, ਵਨ ਸਟਾਪ ਜਿਹੜਾ ਕਹਿ ਦਿੰਦੇ ਨੇ ਵੀ ਹਰੇਕ ਚੀਜ਼ ਉਸ ਦੁਕਾਨ 'ਚ ਉਪਲਬਧ ਹੋਊਗੀ। ਇਹ ਦੁਕਾਨਾਂ ਜਿਹੜੀਆਂ ਨੇ ਜੀ ਪ੍ਰਾਈਵੇਟ ਦੁਕਾਨਾਂ ਜਿਹੜੀਆਂ ਪਹਿਲਾਂ ਤੋਂ ਖੁੱਲੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਦੁਕਾਨਾਂ ਜਿਹੜੀਆਂ ਸਿਲੈਕਟ ਕੀਤੀਆਂ ਜਾਣਗੀਆਂ, ਉੱਥੇ ਹੀ ਇਹ ਕਾਊਂਟਰ ਜਿਵੇਂ ਆਧਾਰ ਵਾਲੇ ਕਾਊਂਟਰ ਲਾਏ ਗਏ ਸੀ ਉਸੇ ਤਰ੍ਹਾਂ ਦੇ ਕਾਊਂਟਰ ਹੋਣਗੇ, ਔਰ ਉਹਦੇ ਲਈ ਕੋਈ ਫੀਸ ਵਗੈਰਾ ਹੋਏਗੀ, ਜਾਂ ਕਿਸ ਤਰ੍ਹਾਂ ਲੋਕ ਉੱਥੇ ਪਹੁੰਚ ਸਕਣਗੇ? ਉਹਨਾਂ ਨੂੰ ਭਟਕਣਾ ਨਹੀਂ ਪੈਣਾ ਸਾਹਿਬ, ਉਹ ਸਾਰੇ ਦਾ ਸਾਰਾ ਮਸਲਾ ਮੋਨੀਟਰ ਹੋਊਗਾ। ਸੈਂਟਰਲ ਗਵਰਨਮੈਂਟ ਉਹਨੂੰ ਮੋਨੀਟਰ ਵੀ ਕਰੂਗੀ ਵੀ ਤਾਂ ਕਿ ਕਿਸਾਨ ਦੇ ਨਾਲ ਕੋਈ ਠੱਗੀ ਨਾ ਹੋਵੇ, ਕਿਸਾਨ ਦੀ ਸਮੱਸਿਆ ਦੂਰ ਕਰਨ ਵਾਸਤੇ ਆ ਸਾਰਾ ਕੁਝ ਹੋ ਰਿਹਾ ਤਾਂ ਕਿ ਕਿਸਾਨ ਭਟਕਣਾ ਨਾ ਪਵੇ। ਉੱਥੇ ਹੀ ਕਈ ਲੋਕ ਹੁਣ ਨਹੀਂ ਕਰਵਾਉਂਦੇ ਸੋਇਲ ਟੈਸਟਿੰਗ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਜਾਣਾ ਕਿੱਥੇ ਕਿੱਧਰ ਕਰਵਾਉਣਾ, ਉਹ ਸਾਰਾ ਉਹ ਉਸ ਇੱਕ ਜਗ੍ਹਾ ਤੇ ਹੋਊਗਾ। ਇਹਨੂੰ ਲੈ ਕੇ ਮੈਂ ਸਮਝਦਾ ਇੱਕ ਬਹੁਤ ਵੱਡਾ ਕਦਮ ਹੈ ਜਿਹੜਾ ਕਿਸਾਨਾਂ ਵਾਸਤੇ ਕਰ ਰਹੇ। ਕੱਲ੍ਹ ਇਹਦਾ ਉਹਨਾਂ ਨੇ ਸ਼ੁਭਾਰੰਭ ਉੱਥੋਂ ਕਰਨਾ ਹੈ ਤੇ ਉਹਦੇ ਬਾਅਦ ਹੋਰ ਵੀ ਇਹਦੀ ਅੱਜ ਮੇਰੇ ਖਿਆਲ ਕਰੀਬਨ ਹਿੰਦੁਸਤਾਨ 'ਚ 2,80,000 ਜਿਹੜੇ ਹੈ ਉਹਨਾਂ ਦਾ ਟਾਰਗੇਟ ਹੈ ਜਿੱਥੇ ਚਾਲੂ ਕਰਨਾ ਹੈ। ਇਹ ਪੰਜਾਬ ਦੇ ਵਿੱਚ ਅਖਰ ਕਿੰਨੇ ਕੁ ਸੈਂਟਰ ਹੋਣਗੇ? ਮੈਂ ਸਮਝਦਾ 3,500 ਦੇ ਕਰੀਬ ਜਿਹੜੇ ਹੈ ਰਫਲੀ, ਜੇ ਹੋਰ ਵੀ ਜਿਵੇਂ ਜਿਵੇਂ ਵਧਣਗੇ, ਅੱਜ ਦੇ 3,500 ਜਿਹੜੇ ਹੈ ਉਹਨਾਂ ਨੂੰ ਕਰ ਰਹੇ ਹੈ ਤੇ ਉਹਨਾਂ ਨੂੰ ਬਰਾਬਰ ਹਰੇਕ ਚੀਜ਼ ਉਹਨਾਂ ਨੂੰ ਉੱਥੇ ਕੰਪਿਊਟਰਾਈਜ਼ ਦੇ ਹਿਸਾਬ ਨਾਲ ਐਵਰੀਥਿੰਗ ਵਿਲ ਇਹ ਬਿਲਕੁਲ ਫ੍ਰੀ ਹੋਏਗਾ ਕਿਸਾਨਾਂ ਨੂੰ? ਉਹ ਇੱਕ ਸੈਂਟਰ ਤੇ ਜੀ ਫ੍ਰੀ ਤਾਂ ਜਿਹੜਾ ਜਾ ਕੇ ਚਾਰਜ ਉਹਨੂੰ ਲੱਗਦਾ ਹੈ ਟੈਸਟ ਸਰਕਾਰੀ ਫੀਸ ਆ ਉਹ ਤਾਂ ਦੇਊਗੀ, ਪਰ ਉਹਨਾਂ ਨੂੰ ਭੱਜਣਾ ਨੱਠ ਨਹੀਂ ਹੋਊਗਾ ਸਭ, ਕੋਈ ਠੱਗੀ ਨਹੀਂ ਹੋਊਗੀ ਇਹਨਾਂ ਦੇ ਨਾਲ। ਬੀਜ ਲੈਣਾ ਤਾਂ ਉੱਥੇ ਅਵੇਲੇਬਲ ਹੋਊਗਾ, ਤੁਸੀਂ ਖਾਦ ਲੈਣੀ ਹੈ ਤਾਂ ਉੱਥੇ ਅਵੇਲੇਬਲ ਹੈ, ਕੋਈ ਸੰਦ ਖਰੀਦਣੀ ਹੈ ਤਾਂ ਉੱਥੇ ਅਵੇਲੇਬਲ ਹੈ, ਹਰੇਕ ਚੀਜ਼ ਦਾ ਪ੍ਰਬੰਧ ਉੱਥੇ ਕਰਾਉਣ ਦਾ ਤਾਂ ਕਿ ਉਹ ਕਿਸਾਨ ਭਟਕੇ ਨਾ। ਯਾਨੀ ਜਿਹੜਾ ਪਹਿਲਾਂ ਅਨੇਕਾਂ ਵਾਰ ਇਹ ਵੀ ਸ਼ਿਕਾਇਤਾਂ ਆਉਂਦੀਆਂ ਸੀ ਕਿਸਾਨਾਂ ਦੀ ਕਿ ਜਦੋਂ ਖੇਤੀ ਪ੍ਰਧਾਨ ਸੂਬਾ, ਕਈ ਵਾਰੀ ਬੀ ਮਾੜਾ ਹੈ ਜੀ, ਬੀ ਨਕਲੀ ਹੈ ਜੀ, ਰੇਹ 'ਚ ਗੜਬੜ ਹੈ, ਸਪਰੇਅ ਮਾੜੀ ਆ ਗਈ, ਤਾਂ ਫਿਰ ਕੀ ਉਹਨਾਂ ਸੈਂਟਰਾਂ ਤੇ ਇਹ ਵੀ ਜ਼ਿੰਮੇਵਾਰੀ ਫਿਕਸ ਹੋ ਜਾਏਗੀ? ਤੁਹਾਨੂੰ ਲੱਗਦਾ ਹੈ ਕਿ ਉਹਦੇ ਨਾਲ ਫਾਇਦਾ ਮਿਲੇਗਾ ਕਿ ਉੱਥੇ ਚੀਜ਼ ਸਹੀ ਮਿਲੇਗੀ? ਬਿਲਕੁਲ ਸਾਹਿਬ, ਉਹੀ ਮੋਨੀਟਰ, ਜਦੋਂ ਮੈਂ ਕਹਿੰਦਾ ਵੀ ਦੇ ਵਿਲ ਬੀ ਮੋਨੀਟਰਡ, ਹਰੇਕ ਚੀਜ਼ ਤੇ ਨਿਗਾਹ ਹੋਊਗੀ ਸਰਕਾਰ ਦੀ ਵੀ ਕਿੱਥੇ ਕੋਈ ਠੱਗੀ ਹੈ ਉਹ ਟਰੇਸ ਵੀ ਹੋ ਸਕੇ, ਕੌਣ ਠੱਗੀ ਕਰ ਰਿਹਾ। ਸਾਰੀਆਂ ਗੱਲਾਂ ਕਿਸਾਨ ਨੂੰ ਬਚਾਉਣ ਵਾਸਤੇ, ਠੱਗੀਆਂ ਤੋਂ, ਕਿਸਾਨ ਨੂੰ ਪਰੇਸ਼ਾਨੀ ਤੋਂ ਬਚਾਉਣ ਵਾਸਤੇ, ਤੇ ਕਿਸਾਨ ਦਾ ਫਾਇਦਾ ਹਰੇਕ ਪਾਸੋਂ, ਚਾਹੇ ਯੂਰੀਆ ਵਾਲਾ ਪਾਸਾ ਹੈ, ਚਾਹੇ ਉਹਨੂੰ ਕਿਸਾਨ सम्मान ਨਿਧੀ ਹੈ, ਬੇਸਿਕਲੀ ਕਿਸਾਨ ਵਾਸਤੇ ਇੱਕ ਬਹੁਤ ਵੱਡਾ ਕਦਮ ਹੈ ਜਿਹੜਾ ਕੱਲ ਪ੍ਰਧਾਨ ਮੰਤਰੀ ਅਨਾਉਂਸ ਕਰਨ ਜਾ ਰਹੇ। ਕੱਲ ਸਵੇਰੇ 10 ਵਜੇ ਦਾ ਟਾਈਮ ਹੈ, 10-11 ਵਜੇ ਉੱਥੇ ਸੀਕਰ ਜਿਹੜਾ ਕਰ ਰਹੇ ਉੱਥੋਂ ਇਹ ਲਾਂਚ ਕਰਨਗੇ ਤੇ ਮੈਂ ਉਹਨਾਂ ਦੇ ਇਸ ਗੱਲ ਵਾਸਤੇ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਕਿਸਾਨ ਦੀ ਜਿਹੜੀ ਹੈ ਇੱਕ ਸਮੱਸਿਆ ਹੈ ਉਹਨੂੰ ਐਡਰੈਸ ਕਰਨ ਵਾਸਤੇ ਆ ਬਹੁਤ ਵੱਡਾ ਇੱਕ ਕਦਮ ਚੱਕੇ। ਡਾਕਟਰ ਸਾਹਿਬ, ਇਹ ਜਿਹੜੇ ਸੈਂਟਰ ਹੋਣਗੇ ਇਹ ਸਿੱਧੇ ਸੈਂਟਰ ਦੇ ਅਧੀਨ ਹੋਣਗੇ ਜਾਂ ਫਿਰ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਕਰਕੇ ਚਲਾਏ ਜਾਣਗੇ? ਐਕਚੁਅਲੀ ਜਦ ਦੇਖੋ ਸੈਂਟਰਲ ਗਵਰਨਮੈਂਟ ਦਾ ਮਤਲਬ ਆ ਨਹੀਂ ਵੀ ਸਟੇਟ ਗਵਰਨਮੈਂਟ ਕਰਾਂਗੇ, ਪਰ ਮੋਨੀਟਰਿੰਗ ਜਿਹੜੀ ਹੈ ਉਹਦੇ ਵਿੱਚ ਬਿਲਕੁਲ ਜਿਹੜੀ ਖਾਦ ਵਾਲਾ ਸਾਰਾ ਕੁਝ ਮੋਨੀਟਰਿੰਗ ਉੱਥੋਂ ਸੈਂਟਰਲ ਗਵਰਨਮੈਂਟ ਦੀ ਹੋਊਗੀ। ਸਟੇਟ ਗਵਰਨਮੈਂਟ ਕਿਉਂਕਿ ਯੂਨੀਵਰਸਿਟੀਜ਼ ਨਾਲ ਡੀਲ ਕਰ ਰਹੇ ਸਭ, ਬੇਸਿਕਲੀ ਇੱਕ ਐਗਰੀਕਲਚਰ ਦਾ ਜ਼ਿੰਮੇਵਾਰੀ, ਖਰਚਾ ਸਾਰਾ ਕੁਝ ਉਹ ਸੈਂਟਰ ਦੇਗਾ। ਐਕਸਟੈਂਸ਼ਨ ਕਾਊਂਟਰ ਹੈ ਸਾਹਿਬ ਯੂਨੀਵਰਸਿਟੀ ਦਾ। ਪਹਿਲਾਂ ਐਕਸਟੈਂਸ਼ਨ ਵਰਕ ਖਤਮ ਹੋ ਗਿਆ ਸਾਹਿਬ, ਹੁਣ ਜਿਹੜੇ ਉੱਥੇ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ, ਪ੍ਰੋਫੈਸਰਸ ਵੀ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਰਿਸਰਚ ਵਾਸਤੇ ਪੈਸੇ ਨਹੀਂ ਮਿਲਦੇ, ਤੇ ਜਿਹੜਾ ਐਕਸਟੈਂਸ਼ਨ ਵਰਕ ਹੈ ਵੀ ਜਿਹੜੀ ਰਿਸਰਚ ਕੀਤੀ ਹੈ ਉਹਦਾ ਫਾਇਦਾ ਕਿਸਾਨ ਤਾਈਂ ਪਹੁੰਚ ਸਕੇ, ਇਹਦੇ ਵਾਸਤੇ ਹੈ ਵੀ ਉੱਥੇ ਹਰੇਕ ਚੀਜ਼ ਕੰਪਿਊਟਰਾਈਜ਼, ਤੁਹਾਨੂੰ ਉੱਥੇ ਇਨਫੋਰਮੇਸ਼ਨ ਜਿਹੜੀ ਚਾਹੀਦੀ ਹੈ, ਕੋਈ ਨਵਾਂ ਬੀਜ ਕੱਢਿਆ ਜਾਂ ਨਵੀਂ ਕੋਈ ਜੋ ਪ੍ਰੋਬਲਮ ਆਈ ਹੈ ਉਹਨੂੰ ਕਿਸ ਤਰ੍ਹਾਂ ਟੈਕਲ ਕਰਨਾ, ਸਾਰੇ ਕੰਮ ਉੱਥੇ ਯੂਨੀਵਰਸਿਟੀ ਦਾ ਐਗਰੀਕਲਚਰ ਡਿਪਾਰਟਮੈਂਟ ਦਾ ਇੱਕ ਐਕਸਟੈਂਸ਼ਨ ਕਾਊਂਟਰ ਬਣਿਆ। ਯਾਨੀ ਇਹਦਾ ਪੂਰਾ ਖਰਚਾ ਸੈਂਟਰ ਚੁੱਕੇਗਾ, ਇਹਦਾ ਬੋਝ ਆ ਜਿਹੜਾ ਪੰਜਾਬ 'ਚ ਐਕਸਟਰਾ ਨਹੀਂ ਪਏਗਾ? ਕੋਈ ਬੋਝ ਇਸ ਤੇ ਕਿਸੇ ਦੇ ਨਹੀਂ ਪੈਣਾ ਸਾਹਿਬ, ਦਿਸ ਇਜ਼ ਆਲ ਮੋਨੀਟਰਡ ਬਾਏ ਦਾ ਸੈਂਟਰਲ ਗਵਰਨਮੈਂਟ। ਇੱਕ ਚੀਜ਼ ਹੋਰ, ਪੰਜਾਬ ਦੇ ਵਿੱਚ ਪਹਿਲੇ ਹੀ ਖੇਤੀਬਾੜੀ ਵਿਭਾਗ ਹੈ ਜੀ, ਹਰ ਜ਼ਿਲ੍ਹੇ ਦੇ ਵਿੱਚ, ਹਰ ਬਲਾਕ ਦੇ ਵਿੱਚ
ਉਹਨਾਂ ਦੇ ਅਫਸਰ ਬੈਠੇ ਨੇ, ਮੁਲਾਜ਼ਮ ਬੈਠੇ ਨੇ, ਤਾਂ ਫਿਰ ਇਹਦੀ ਲੋੜ ਕਿਉਂ ਮਹਿਸੂਸ ਹੋਈ ਕਿ ਇਹ ਪੰਜਾਬ ਦੇ ਵਿੱਚ ਬਣਾਉਣੇ ਜ਼ਰੂਰੀ, ਕਿਉਂਕਿ ਆਲਰੇਡੀ ਇੱਕ ਢਾਂਚਾ ਸਿਸਟਮ ਇੱਕ ਬਣਿਆ ਹੋਇਆ। ਢਾਂਚਾ ਬਿਲਕੁਲ ਬਣਿਆ। ਮੈਂ ਤੁਹਾਨੂੰ ਕਿਹਾ ਵੀ ਅੱਜ ਜਿਹੜੇ ਐਕਸਟੈਂਸ਼ਨ ਵਰਕ ਖਤਮ ਹੋ ਗਿਆ ਸਭ, ਜਿਹੜੇ ਐਗਰੀਕਲਚਰ ਅਫਸਰ ਹੁੰਦੇ ਸੀ ਉਹ ਖਤਮ ਹੋ ਗਏ। ਮੇਰੇ ਖਿਆਲ ਘੱਟੋ ਘੱਟ 2000 ਆਫੀਸਰਸ ਦੀ ਇੱਥੇ ਘਾਟ ਹੈ, ਤੇ ਉਹ ਜਦੋਂ ਇਹ ਸੈਂਟਰ ਖੁੱਲ ਜਾਣਗੇ ਉਹ ਆਪਣੇ ਆਪ 'ਚ ਇੱਕ ਐਕਸਟੈਂਸ਼ਨ ਕਾਊਂਟਰ ਹੈ। ਉਹਨਾਂ ਨੂੰ ਪਾੜਨਾ ਨਹੀਂ ਪੈਣਾ ਵੀ ਆ ਮੇਰੇ ਜਿਹੜੇ ਆ ਕੋਈ ਪੱਤੇ ਪੀਲੇ ਪੈ ਗਏ ਜਾਂ ਕਿਤੇ ਕੋਈ ਫਸਲ ਮਰ ਰਹੀ ਹੈ, ਕੀ ਕਾਰਨ ਕੀ ਹੈ। ਉਹ ਤੁਸੀਂ ਯੂਨੀਵਰਸਿਟੀ ਨਾਲ ਡਾਇਰੈਕਟ ਉੱਥੇ ਕੰਟੈਕਟ ਕਰ ਲਓਗੇ, ਹਰੇਕ ਚੀਜ਼ ਐਕਸਪਰਟ ਐਡਵਾਈਸ ਤੁਹਾਨੂੰ ਉੱਥੋਂ ਮਿਲੂਗੀ, ਸਭ ਕੁਝ ਇੱਕ ਸੈਂਟਰ ਤੇ ਮਿਲ ਜੂਗਾ ਤਾਂ ਕਿ ਕਿਸਾਨ ਨੂੰ ਹਰ ਸੰਭਵ ਸਹਾਇਤਾ ਉਹਦੇ ਭਟਕਣਾ ਨਾ ਪਵੇ। ਜਾਖੜ ਸਾਹਿਬ, ਥੋੜੀ ਜਿਹੀ ਸਿਆਸਤ ਦੀ ਗੱਲ ਵੀ ਜ਼ਰੂਰੀ ਹੈ, ਕਿਉਂਕਿ ਇੱਧਰ ਬੀਜੇਪੀ ਦੇ ਨਵੇਂ ਪ੍ਰਧਾਨ ਨੇ ਕਮਾਂਡ ਸੰਭਾਲੀ ਹੈ, ਤੁਸੀਂ ਇੱਧਰ ਵੀ ਸਾਰਾ ਸਿਸਟਮ ਨਵਾਂ, ਔਰ ਦੂਜੇ ਪਾਸੇ ਵੀ ਨਵਾਂ ਗੱਠਜੋੜ ਹੈ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ। ਸੱਤਾ ਧਿਰ ਤੇ ਵਿਰੋਧੀ ਧਿਰ ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਗਾਂ ਤਿਆਰੀ ਤਾਂ ਫਿਰ ਪਾਰਲੀਮੈਂਟ ਦੀ ਹੈ। ਹੁਣ ਤਾਂ ਮੇਰੇ ਖਿਆਲ ਸੱਤਾ ਧਿਰ ਤੇ ਵਿਰੋਧੀ ਧਿਰ ਤਾਂ ਅੱਡ ਤਾਂ ਰਹੇ ਨਹੀਂ, ਉਹ ਤਾਂ ਇੱਕੋ ਹੀ ਹੋ ਗਏ। ਮੈਂ ਤਾਂ ਕੱਲ ਵੀ ਕਹਿ ਰਿਹਾ ਸੀ, ਮੈਂ ਦਾਤ ਦੇਵਾਂਗਾ ਭਗਵੰਤ ਮਾਨ ਜੀ ਨੂੰ ਵੀ ਚਿੱਤ ਵੀ ਮੇਰੀ, ਪੱਟ ਵੀ ਮੇਰੀ, ਸਰਕਾਰ ਵੀ ਮੇਰੀ, ਆਪੋਜੀਸ਼ਨ ਵੀ ਮੇਰੀ। ਉਹ ਤਾਂ ਸਰਕਾਰੀ ਵਿਰੋਧੀ ਪਾਰਟੀ, ਉਹ ਤਾਂ ਜੇਬੀ ਵਿਰੋਧ ਹੈ, ਜਿਹਨੂੰ ਜਿੱਥੇ ਖੜਾ ਕਰਕੇ ਬੁਲਾਣਗੇ ਉੱਥੇ ਬੋਲ ਲੈਣਗੇ, ਬਿਠਾਣਾ ਉੱਥੇ ਬਿਠਾ ਲੈਣਗੇ। ਅੱਜ ਦੇ ਦਿਨ ਪੰਜਾਬ ਦੇ ਲੋਕਾਂ ਨਾਲ ਬਹੁਤ ਹੀ ਕੋਝਾ ਮਜ਼ਾਕ ਆ ਜਿਹੜਾ ਹੋਇਆ ਇਹਨਾਂ ਨੇ। ਕਾਂਗਰਸ ਪਾਰਟੀ ਜਿਹੜੀ ਇੱਕ ਰੈਕਗਨਾਈਜ਼ਡ ਵਿਧਾਨ ਸਭਾ 'ਚ ਹੈਗੀ ਪਾਰਟੀ, ਉਹਨਾਂ ਨੇ ਜਦੋਂ ਗੋਡੇ ਟੇਕਤੇ, ਉਹ ਜ਼ਿੰਮੇਵਾਰੀ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੇ ਤਾਂ ਗੋਡੇ ਨਹੀਂ ਟੇਕੇ ਨਿਰਪਿੰਦਰ ਜੀ, ਕਾਂਗਰਸ ਨੇ ਟੇਕਤੇ ਹੋਣੇ। ਕਾਂਗਰਸ ਦੇ ਵਰਕਰ ਦੇ ਨਾਲ ਧੋਖਾ ਇਹਨਾਂ ਨੇ ਕੀਤਾ, ਪਰ ਪੰਜਾਬ ਦੇ ਲੋਕ ਇਸ ਧੋਖੇ ਨੂੰ ਨਹੀਂ ਬਰਦਾਸ਼ਤ ਕਰਨਗੇ। ਅਸੀਂ ਉਹਨਾਂ ਦੀ ਆਵਾਜ਼ ਚੱਕਾਂਗੇ, ਜਿਹੜੀ ਵੀ ਸਮੱਸਿਆਵਾਂ ਲੋਕਾਂ ਸਾਹਮਣੇ ਰੱਖਾਂਗੇ। ਬੀਜੇਪੀ ਨੂੰ ਕੀ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦਾ ਗੱਠਜੋੜ ਹੈ ਜਿਹੜਾ, ਕੀ ਇਸ ਪੂਰੇ ਹਾਲਾਤ ਦਾ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਲਾਹਾ ਮਿਲੇਗਾ, ਜਾਂ ਫਿਰ ਬੀਜੇਪੀ ਦੇ ਲਈ ਚੁਣੌਤੀ ਵੱਡੀ ਹੋ ਜਾਏਗੀ, ਕਿਉਂਕਿ ਉਧਰ ਤਾਂ ਦੋਨੇ ਧੜੇ ਫਿਰ ਮਜ਼ਬੂਤ ਹੋ ਜਾਣਗੇ? ਇਹਦਾ ਲਾਹਾ ਲੈਣ ਵਾਲੀ ਗੱਲ ਨਹੀਂ ਸਾਹਿਬ, ਇੱਕ ਤਰਾਸਦੀ ਹੈ ਮੈਂ ਸਮਝਦਾ ਲੋਕਤੰਤਰ ਦੇ ਵਾਸਤੇ ਵੀ। ਆਪੋਜੀਸ਼ਨ, ਮੇਰਾ ਮੰਨਣਾ ਹੈ ਆਪੋਜੀਸ਼ਨ ਜ਼ਰੂਰੀ ਹੁੰਦੀ ਹੈ। ਆਪੋਜੀਸ਼ਨ ਜਦੋਂ ਕਹਿੰਦੇ ਨਾ ਬਾੜ ਹੀ ਖੇਤ ਨੂੰ, ਜਦੋਂ ਆਪਸ 'ਚ ਪੰਜਾਬੀ ਵਾਲੀ ਫਰੇਜ਼ ਤਾਂ ਕੁਝ ਹੋਰ ਹੈ, ਜਿਹੜੇ ਕਹਿੰਦੇ ਆ ਵੀ ਜਦੋਂ ਚੋਰ ਨਾਲ ਦੂਜੀ ਪਾਰਟੀ ਰਲ ਜੇ ਫਿਰ ਕਹਿਣਾ ਹੀ ਕੀ ਹੈ। ਪਰ ਆ ਜੋ ਕੁਝ ਹੋ ਰਿਹਾ ਇਹਦੇ ਨਾਲ ਨੁਕਸਾਨ ਲੋਕਤੰਤਰ ਦਾ ਹੈ, ਤੇ ਸਰਕਾਰ ਨੂੰ ਨਕੇਲ ਕੌਣ ਪਾਊਗਾ ਸਾਹਿਬ। ਅੱਜ ਪਹਿਲਾਂ ਵੀ ਅਹੰਕਾਰ ਦਾ ਤੁਸੀਂ ਦੇਖ ਲਿਆ, ਰੋਜ਼ ਕਿਸੇ ਨਾ ਕਿਸੇ ਐਮਐਲਏ ਸਾਹਿਬ ਦਾ ਇਹਨਾਂ ਦਾ ਆ ਜਾਂਦਾ ਵੀ ਕਿਸੇ ਨੇ ਕੋਈ ਅਫਸਰ ਝਾੜਤਾ, ਕਿਸੇ ਨੇ ਪੁਲਿਸ ਵਾਲੇ ਨੂੰ ਕੁਝ ਕਹਿਤਾ, ਤੀਜੇ ਨੇ ਕਿਸੇ ਦਾ ਕਰਤਾ। ਰੋਜ਼ ਅੱਜ ਆ ਸੱਤਾ ਦਾ ਅਹੰਕਾਰ ਜਿਹੜਾ ਹੈ, ਇਹਨੂੰ ਨਕੇਲ ਪਾਉਣ ਵਾਸਤੇ ਇੱਕ ਮਜ਼ਬੂਤ ਆਪੋਜੀਸ਼ਨ ਦੀ ਜ਼ਰੂਰਤ ਹੈ, ਜਿਹੜਾ ਅਸੀਂ ਕਰਾਂਗੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ 24 ਚ ਹਾਲਾਤ ਪੂਰੇ ਨੂੰ, ਕਿਉਂਕਿ ਸਾਹਮਣੇ ਹੁਣ ਇੱਕ ਵੱਡਾ ਗੱਠਜੋੜ ਤਿਆਰ ਖੜਾ, ਇੱਕ ਵੱਡੀ ਚੁਣੌਤੀ ਵੀ ਲੱਗਦੀ ਹੈ? ਚੁਣੌਤੀ, ਜ਼ਿੰਦਗੀ ਇੱਕ ਚੁਣੌਤੀ ਹੈ ਨਰਪਿੰਦਰ ਜੀ, ਚੁਣੌਤੀ ਹੈ, ਪਰ ਚੁਣੌਤੀ ਨੂੰ ਸਵੀਕਾਰ ਕਰਨ ਦਾ ਵੀ ਮਾਦਾ ਮੈਂ ਦੇਖਿਆ ਵੀ ਬੀਜੇਪੀ 'ਚ ਹੈਗਾ। ਅਸੀਂ ਪੂਰਾ ਇਸ ਦਾ ਡਟ ਕੇ ਮੁਕਾਬਲਾ ਇਸ ਚੁਣੌਤੀ ਨੂੰ ਸਿਰੇ ਵੀ ਚਾੜਾਂਗੇ, ਚੁਣੌਤੀ ਦੀ ਕਸੌਟੀ ਤੇ ਪੂਰੇ ਉਤਰਾਂਗੇ, ਤੇ ਬੀਜੇਪੀ ਦਾ ਜਿਹੜਾ ਝੰਡਾ ਹਰੇਕ ਥਾਂ ਬੁਲੰਦ ਕਰਾਂਗੇ। ਪੁਰਾਣਾ ਤੁਹਾਡਾ ਇੱਕ ਵੱਡਾ ਸਿਆਸੀ ਤਜਰਬਾ ਹੈ, ਪੰਜਾਬ ਔਰ ਸੈਂਟਰ ਦੋਨਾਂ ਨੂੰ ਕਿਵੇਂ ਦੇਖਦੇ ਹੋ? ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੁਝ ਪੰਜਾਬ 'ਚ ਕਰ ਰਹੀ ਹੈ, ਜਿਹੜਾ ਖੱਤੋ ਖਤਾਈ ਚੱਲ ਰਹੀ ਹੈ ਗਵਰਨਰ ਸਾਹਿਬ ਦੇ ਨਾਲ, ਆ ਇੱਕ ਇਹਨਾਂ ਦਾ ਟੈਕਟਿਕਸ ਹੈ, ਕਿ ਬੜੀ ਸੋਚੀ ਸਮਝੀ ਚਾਲ ਹੈ। ਚਾਹੇ ਦਿੱਲੀ ਦੇਖ ਲਓ, ਚਾਹੇ ਇੱਥੇ ਦੇਖ ਲਓ। ਅੱਜ ਗੱਲ ਤਾਂ ਹੋਣੀ ਚਾਹੀਦੀ ਸੀ ਬਾੜ ਦੀ, ਵੀ ਬਾੜ ਦੇ ਵਿੱਚ ਕਿਉਂ ਆਈ, ਬਾੜ ਦਾ ਇੰਨਾ ਨੁਕਸਾਨ ਕਿਉਂ ਆਇਆ, ਸਰਕਾਰ ਕੀ ਕਰ ਰਹੀ ਸੀ। ਗੱਲ ਆਪਾਂ ਕਰ ਰਹੇ ਹਾਂ ਵੀ ਚਿੱਠੀਆਂ ਦੀ, ਗਵਰਨਰ ਸਾਹਿਬ ਦੀ, ਇਹਨਾਂ ਦੀ, ਉਸ 'ਚ ਉਹ ਕਾਮਯਾਬ ਹੈ ਸਾਹਿਬ। ਜਿੱਥੇ ਉਹਨਾਂ ਨੇ ਕਾਂਗਰਸ ਦੇ ਗੋਡੇ ਟਿਕਾ ਲਏ, ਉੱਥੇ ਲੋਕਾਂ ਦਾ ਧਿਆਨ ਭਟਕਾ ਲਿਆ ਵੀ ਅੱਜ ਮੈਂ ਚਿੱਠੀ ਗਵਰਨਰ ਸਾਹਿਬ ਨੂੰ ਲਿਖਤੀ, ਕੱਲ ਗਵਰਨਰ ਸਾਹਿਬ ਨੇ ਮੈਨੂੰ ਚਿੱਠੀ ਲਿਖਦੀ। ਆਹੀ ਚਰਚਾ ਹੋ ਰਹੀ ਹੈ। ਮਸਲਾ ਜਿਨ੍ਹਾਂ ਲੋਕਾਂ ਦੇ ਹੜ੍ਹਾਂ 'ਚ ਨੁਕਸਾਨ ਹੋਇਆ, ਉਹ ਅੱਜ ਵੀ ਮੁਆਵਜ਼ੇ ਨੂੰ, ਮੁਆਵਜ਼ਾ ਤਾਂ ਬਹੁਤ ਦੂਰ ਹੈ, ਤੇ ਗਿਰਦਾਵਰੀ ਕਰਨ ਵਾਲੇ ਉਹ ਤਾਂ ਧਰਨੇ ਤੇ ਬੈਠੇ ਹੈ, ਸਰਕਾਰ ਉੱਥੇ ਨਾਕਾਮਯਾਬ ਰਹੀ ਹੈ। ਤੇ ਇਹਨਾਂ ਗੱਲਾਂ ਤੇ ਕਰਕੇ ਉਹ ਆਪਣੇ ਉਸ ਗੱਲ 'ਚ ਬਖੂਬੀਆ ਕੋਈ ਨਾ ਕੋਈ ਕਨਫਰੰਟੇਸ਼ਨ ਵਾਲਾ ਬਣਾ ਕੇ ਵੀ ਇਹਨਾਂ ਨਾਲ ਸਿੰਘ ਫਸਾ ਲਓ, ਲੋਕ ਉਧਰਲੇ ਪਾਸੇ ਲੱਗੇ ਰਹਿਣਗੇ, ਮਤਲਬ ਦੀ ਗੱਲ ਕਰ ਨਹੀਂ ਸਕਦੇ। ਤੁਹਾਡੇ ਲਈ ਵੀ ਜਾਖੜ ਸਾਹਿਬ ਇਹ ਚੈਲੰਜ ਦੇ ਤੌਰ ਤੇ ਦੇਖਦੇ, ਕਿਉਂਕਿ ਪ੍ਰਧਾਨਗੀ ਤੋਂ ਬਾਅਦ ਚੋਣ ਆ ਰਹੀ ਹੈ ਪੰਜਾਬ 'ਚ, ਕੀ ਲੱਗਦਾ ਤੁਹਾਨੂੰ ਕਿਸ ਪੋਜੀਸ਼ਨ ਤੇ, ਕਿੰਨੀਆਂ ਸੀਟਾਂ ਤੇ ਤਾਂ ਬੀਜੇਪੀ ਨੂੰ ਲੱਗਦਾ ਕਿ ਮਜ਼ਬੂਤ ਹੈ, ਔਰ ਸੈਂਟਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਬੀਜੇਪੀ ਵਿਰੋਧੀ ਧਿਰ ਬੇਸ਼ੱਕ ਸਾਰੇ ਇਕੱਠੇ ਹੋਏ, ਐਸੇ ਹਾਲਾਤਾਂ ਦੇ ਵਿੱਚ ਵੀ ਉਹਨਾਂ ਨਾਲ ਨਜਿੱਠਿਆ ਜਾਏਗਾ? ਸਾਡਾ ਬੜਾ ਸਿੰਪਲ ਜਿਹਾ, ਕੋਈ ਮੇਰੇ ਕੋਲ ਕੋਈ ਐਡੀ ਕੋਈ ਗਿੱਦੜ ਸਿੰਘ ਹੀ ਨਹੀਂ, ਜਾਂ ਕੋਈ ਇਹੋ ਜਿਹਾ ਕੋਈ ਜਾਦੂ ਮੰਤਰ ਨਹੀਂ। ਅਸੀਂ ਪੰਜਾਬ ਦੇ ਲੋਕਾਂ ਨਾਲ ਖੜਾਂਗੇ, ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ। ਸੀਟਾਂ ਜੇ ਦਿਲ ਜਿੱਤ ਲਏ, ਸੀਟਾਂ ਵੀ ਆ ਜਾਣਗੀਆਂ, ਆਪੇ ਵੀ ਸਾਰਾ ਕੁਝ, ਸਾਰਾ ਕੰਮ ਸਟੈਪ ਇਨ ਸਟੈਪ ਚੱਲਦਾ ਹੈ। ਉਹ ਸਾਡਾ ਏਜੰਡਾ ਹੈ, ਨਾ ਕਿ ਸੀਟਾਂ ਨੂੰ ਲੈ ਕੇ। ਅਸੀਂ ਹੁਣ ਸਾਡੇ ਕੋਲ ਖੁੱਲ੍ਹਾ ਮੈਦਾਨ ਸਾਹਮਣੇ ਪਿਆ, 23 ਸੀਟਾਂ ਤੋਂ ਵੱਧ ਕੇ ਅਸੀਂ 117 ਤੇ ਜਾਣਾ ਹੈ, 3 ਤੋਂ 13 ਤੇ ਜਾਣਾ ਹੈ। ਸੋ ਉਹਦੇ ਵਾਸਤੇ ਸਾਡੀ ਮਿਹਨਤ ਅਸੀਂ ਪੂਰੀ ਕਰਾਂਗੇ। ਥੈਂਕ ਯੂ। ਤਾਂ ਸੁਨੀਲ ਜਾਖੜ ਹੋਣੀ ਕਹਿੰਦੇ ਨੇ ਕਿ ਤਿਆਰੀ ਪੂਰੀ ਹੈ, ਲੋਕਾਂ ਦਾ ਦਿਲ ਜਿੱਤਣਾ ਹੈ, ਸੀਟਾਂ
ਆਪੇ ਜਿੱਤੀਆਂ ਜਾਣਗੀਆਂ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਸਾਹਮਣੇ ਆਉਂਦੀ ਹੈ। ਪਰ ਫਿਲਹਾਲ ਪੰਜਾਬ ਦੇ ਕਿਸਾਨਾਂ, ਹਾਲਾਂਕਿ ਦੇਸ਼ ਦੇ ਕਿਸਾਨਾਂ ਲਈ, ਪਰ ਪੰਜਾਬ ਦੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਤਾਂ ਕਿਸਾਨਾਂ ਲਈ ਇੱਕ ਵੱਡਾ ਤੋਹਫਾ ਦੇਣ ਦੀ ਗੱਲ ਹੋ ਰਹੀ ਹੈ ਤਾਂ ਕਿ ਕਿਸਾਨੀ ਨੂੰ ਮਜ਼ਬੂਤ ਕੀਤਾ ਜਾ ਸਕੇ। ਕੈਮਰਾਮੈਨ ਸੁਖਜਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।